Hello and welcome to this episode of your favorite show Home Abroad. We welcome viewers of Day and Night News and also the viewers of Global Punjab in North America. ਤੇ ਹੁਣ ਖਬਰ ਮੋਗਾ ਤੋਂ ਜਿੱਥੇ ਪੁਲਿਸ ਨੇ ਇੱਕ ਅਜਿਹੇ NRI ਲਾੜੇ ਦੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਜਿਸ ਨੇ ਇੱਕ ਜਾਂ ਦੋ ਨਹੀਂ 3 ਵਿਆਹ ਕਰਵਾਏ ਨੇ ਤੇ ਚੌਥਾ ਵਿਆਹ ਕਰਵਾਉਣ ਦੀ ਤਾਕ ਵਿੱਚ ਸੀ। ਇਸ ਹਫਤੇ ਮੋਗਾ ਪੁਲਿਸ ਨੇ ਜਲੰਧਰ ਦੇ ਇੱਕ ਠੱਗ NRI ਲਾੜੇ ਦਾ ਭਾਂਡਾ ਭੰਨਿਆ ਹੈ ਜੋ ਕਿ ਪੰਜਾਬ ਦੀਆਂ ਲੜਕੀਆਂ ਦੀ ਪੱਤ ਲੁੱਟਣ ਦੇ ਨਾਲ-ਨਾਲ ਲੱਖਾਂ ਰੁਪਏ ਵੀ ਲੁੱਟ ਲੈਂਦਾ ਸੀ। NRI ਲਾੜਾ ਤਾਂ ਕੈਨੇਡਾ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਇਸ ਕਾਰੇ ਵਿੱਚ ਉਸ ਦਾ ਸਾਥ ਦੇਣ ਵਾਲੀ ਉਸ ਦੀ ਭੈਣ ਤੇ ਭਾਣਜੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਸ਼ਾਤਰ NRI ਲਾੜਾ ਸੰਦੀਪ ਸਿੰਘ ਅਖਬਾਰਾਂ ਵਿੱਚ ਵਿਆਹ ਦਾ ਇਸ਼ਤਿਹਾਰ ਦੇ ਕੇ ਲੜਕੀਆਂ ਨੂੰ ਵਿਦੇਸ਼ ਲੈ ਜਾਣ ਦੇ ਵਾਅਦੇ ਕਰਕੇ ਪਹਿਲਾਂ ਹੀ 3 ਵਿਆਹ ਕਰਵਾ ਚੁੱਕਿਆ ਸੀ ਤੇ ਚੌਥਾ ਵਿਆਹ ਕਰਵਾਉਣ ਦੀ ਫਿਰਾਕ ਵਿੱਚ ਸੀ। ਇਹ ਖੁਲਾਸਾ ਉਦੋਂ ਹੋਇਆ ਜਦੋਂ ਸ਼ਾਹਕੋਟ ਦੀ ਰਹਿਣ ਵਾਲੀ ਉਸ ਦੀ ਤੀਜੀ ਪਤਨੀ ਸੰਦੀਪ ਕੌਰ ਨੂੰ ਇਸ ਦੀ ਭਿਣਕ ਪੈਣ ਤੇ ਉਸਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। NRI ਲਾੜੇ ਦਾ ਸ਼ਿਕਾਰ ਬਣੀ ਉਸ ਦੀ ਤੀਜੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 2010 ਵਿੱਚ ਦੋਸ਼ੀ NRI ਨਾਲ ਹੋਇਆ ਸੀ ਤੇ ਉਹਨਾਂ ਦੇ ਵਿਆਹ ਨੂੰ ਮੈਰਿਜ ਰਜਿਸਟਰਾਰ ਕੋਲ ਰਜਿਸਟਰ ਵੀ ਕਰਵਾਇਆ ਗਿਆ ਸੀ। ਵਿਆਹ ਤੋਂ ਬਾਅਦ NRI ਲਾੜੇ ਨੇ ਲੜਕੀ ਦੀ ਇੱਜ਼ਤ ਦੇ ਨਾਲ ਵੀ ਖੇਡਿਆ ਅਤੇ 15 ਲੱਖ ਰੁਪਏ ਲੁੱਟ ਕੇ ਕੈਨੇਡਾ ਵਾਪਸ ਚਲਾ ਗਿਆ ਜਿਸ ਦੇ ਬਾਅਦ ਉਸ ਦੇ ਘਰ ਵਿੱਚ ਇੱਕ ਬੱਚੀ ਨੇ ਵੀ ਜਨਮ ਲਿਆ। 2 ਮਹੀਨੇ ਰਹਿ ਕੇ ਮੇਰੇ ਕੋਲ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਜਾ ਕੇ ਮੇਰੇ ਹਸਬੈਂਡ ਨੇ ਮੇਰੇ ਤੋਂ ਪੈਸੇ ਦੀ ਮੰਗ ਕੀਤੀ ਕਿ ਨਹੀਂ ਮੈਂ ਡਿਵੋਰਸ ਦੇ ਦੂੰਗਾ ਜਾਂ ਰਹਿੰਦੀ ਰਕਮ ਆ ਜਿਹੜੀ ਉਹ ਵਾਪਸ ਮੇਰੇ ਅਕਾਊਂਟ ਦੇ ਵਿੱਚ ਪਾ ਦਿਓ। ਫਿਰ ਅਸੀਂ ਉਹਨਾਂ ਦੇ ਅਕਾਊਂਟ ਦੇ ਵਿੱਚ ਉੱਥੇ ਉਹਨਾਂ ਨੇ ਆਪਣਾ ਅਕਾਊਂਟ ਦਿੱਤਾ ਸੀ ਵੈਸਟਰਨ ਯੂਨੀਅਨ ਦੇ ਜ਼ਰੀਏ ਉਹਨਾਂ ਨੂੰ ਪੈਸੇ ਪਾਏ ਸੀਗੇ। ਮੈਨੂੰ 6 ਮਹੀਨੇ ਬਾਅਦ ਮੇਰੇ ਹਸਬੈਂਡ ਦੀ ਸੈਕਿੰਡ ਮੈਰਿਜ ਬਾਰੇ ਪਤਾ ਲੱਗਦਾ ਗਾ। ਉਹ ਵੀ ਜਦੋਂ ਮੈਨੂੰ ਫੋਨ ਤੇ ਗਲਤ ਬੋਲਦਾ ਸੀਗਾ ਤੇ ਮੇਰੇ ਘਰੇ ਪੁਲਿਸ ਆਈ ਸੀਗੀ ਤੇ ਮੈਨੂੰ ਮੇਰੇ ਘਰੇ ਇਨਕੁਆਇਰੀ ਮੇਰੇ ਕੇਸ ਦੀ ਹੋਈ, ਮੇਰੇ ਮੈਰਿਜ ਸਰਟੀਫਿਕੇਟ ਦੀ ਇਨਕੁਆਇਰੀ ਤੇ ਮੈਨੂੰ ਉਸ ਟਾਈਮ ਪਤਾ ਲੱਗਦਾ ਕਿ ਮੇਰੇ ਹਸਬੈਂਡ ਨੇ ਪਹਿਲਾਂ ਵੀ ਇੱਕ ਸ਼ਾਦੀ ਕਰਾਈ ਜਿਸ ਨੂੰ ਉਹਨੇ ਡਿਵੋਰਸ ਨਹੀਂ ਦਿੱਤਾ। ਉਹ ਸ਼ਾਦੀ ਨੇ 2008 ਦੇ ਵਿੱਚ ਕਰਵਾਈ ਸੀਗੀ। ਕਿਰਨ ਬਾਲਾ ਭੋਗਪੁਰ ਦੇ ਨੇਗੇ ਉਹਨਾਂ ਦੇ ਨਾਲ ਮੈਰਿਜ ਕਰਵਾਈ ਸੀ। ਉਸ ਤੋਂ ਹੀ ਮੈਨੂੰ ਫਿਰ ਪਤਾ ਲੱਗਦਾ ਉਹ ਕਹਿੰਦੀ ਮੇਰੇ ਨਾਲ ਵੀ ਇਹ ਕਿਸ ਨੇ ਪਹਿਲਾਂ ਵੀ ਮੈਰਿਜ ਕਰਵਾਈ ਹੋਈ ਹੈ ਦੀਪ ਸ਼ਿਖਾ ਨਾਮ ਦੀ ਕੁੜੀ ਹੈ ਫਗਵਾੜੇ ਤੋਂ, ਇਹਦੀ ਰਿਸ਼ਤੇਦਾਰੀ ਦੇ ਵਿੱਚ ਹੀ ਸੀਗੀ। ਇਸ ਕੁੜੀ ਦੇ ਨਾਲ ਇਹਨੇ ਮੈਰਿਜ ਕਰਵਾਈ ਸੀਗੀ। ਉਹ ਤੋਂ ਵੀ ਇਹਨੇ ਕੈਸ਼ ਲਿਆ ਸੀਗਾ ਤੇ ਕਿਰਨ ਵਾਲਾ ਤੋਂ ਵੀ ਇਹਨੇ ਕੈਸ਼ ਲਿਆ ਸੀ 3 ਲੱਖ ਰੁਪਇਆ ਤੋਂ ਕੈਸ਼ ਲਿਆ ਸੀ। ਬਾਕੀ ਉਹਦਾ ਸੋਨਾ ਵਗੈਰਾ ਲਿਆ ਸੀ ਮੇਥੋਂ ਇਹਨੇ 15 ਲੱਖ ਰੁਪਇਆ ਕੈਸ਼ ਲਿਆ ਸੀ। ਮੇਰੀ ਮੈਰਿਜ ਤੋਂ ਬਾਅਦ ਇਹਨਾਂ ਨੇ ਖੰਨੇ ਦੀ ਕੁੜੀ ਹੈਗੀ ਅਨੂ ਉਹਦੇ ਨਾਲ ਮੈਰਿਜ ਤੈਅ ਕਰ ਲਈ 9ਵੇਂ ਮਹੀਨੇ ਦੇ ਵਿੱਚ। ਫਿਲਹਾਲ ਮੋਗਾ ਪੁਲਿਸ ਵੱਲੋਂ ਪੀੜਤਾ ਸੰਦੀਪ ਕੌਰ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ NRI ਦੀ ਭੈਣ ਅਤੇ ਭਾਣਜੇ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਗਿਆ ਹੈ। जो NRI है उसने पहले भी 2 शादी की है और तलाक नहीं हुआ, उनको भी उसने चीटिंग की है और तीसरी शादी कराने लगा था तो पुलिस को पता चला वो NRI संदीप सिंह जो कनाडा पहुंच गया है। उसके बाकी 2 अनीता रानी और साहिल कुमार उनको गिरफ्तार कर लिया गया है। ਦੱਸ ਦਈਏ ਕਿ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਠੱਗ NRI ਲਾੜਾ ਸੰਦੀਪ ਸਿੰਘ ਜੋ ਕਿ ਆਪਣੇ ਆਪ ਨੂੰ ਜਲੰਧਰ ਵਾਸੀ ਦੱਸ ਕੇ ਅਖਬਾਰਾਂ ਵਿੱਚ ਵਿਆਹ ਸੰਬੰਧੀ ਇਸ਼ਤਿਹਾਰ ਦੇ ਕੇ ਭੋਲੀਆਂ ਭਾਲੀਆਂ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਅਤੇ ਇਸ ਦੇ ਬਦਲੇ ਉਹਨਾਂ ਤੋਂ ਲੱਖਾਂ ਰੁਪਏ ਵੀ ਠੱਗਦਾ ਸੀ। ਮੋਗਾ ਤੋਂ ਸੂਰਜ ਜੈਨ ਦੇ ਨਾਲ ਸੁਪ੍ਰੀਤ ਸਿੰਘ ਕਾਲੋਂ ਡੇ ਐਂਡ ਨਾਈਟ ਨਿਊਜ਼। ਵਿਦੇਸ਼ ਜਾਣ ਲਈ ਲੱਗੀ ਅੰਨੀ ਦੌੜ ਦੇ ਚੱਲਦੇ ਪੰਜਾਬ ਦੇ ਲੱਖਾਂ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਅਜਿਹੇ ਟਰੈਵਲ ਏਜੰਟਾਂ ਦੇ ਹੱਥ ਦੇ ਦਿੰਦੇ ਨੇ ਜੋ ਰਜਿਸਟਰਡ ਵੀ ਨਹੀਂ ਹੁੰਦੇ। ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਵਿਖੇ। ਟੇਕ ਅ ਲੁੱਕ। ਜਲੰਧਰ ਦੇ ਇੱਕ ਟਰੈਵਲ ਏਜੰਟ ਵੱਲੋਂ ਲੁਧਿਆਣਾ ਦੇ ਇੱਕ ਨੌਜਵਾਨ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਹਿਲ ਨਾਮ ਦੇ ਨੌਜਵਾਨ ਨੇ ਵੀ ਹੋਰਾਂ ਪੰਜਾਬੀ ਨੌਜਵਾਨਾਂ ਦੀ ਤਰ੍ਹਾਂ ਵਿਦੇਸ਼ ਜਾਣ ਦਾ ਸੁਪਨਾ ਦੇਖਿਆ ਸੀ ਤੇ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਜਾ ਪਹੁੰਚਿਆ ਜਲੰਧਰ ਦੇ ਟਰੈਵਲ ਏਜੰਟ ਵਿਕਾਸ ਠਾਕੁਰ ਕੋਲ, ਜਿਸਨੇ ਸਾਹਿਲ ਕੋਲੋਂ 4.25 ਲੱਖ ਰੁਪਏ ਲੈ ਕੇ ਉਸ ਨੂੰ ਸਿੰਗਾਪੁਰ ਵਿੱਚ ਪੱਕੀ ਨੌਕਰੀ ਲਗਵਾਉਣ ਦਾ ਲਾਰਾ ਲਗਾ ਦਿੱਤਾ ਅਤੇ ਇਹ ਵੀ ਦਾਅਵਾ ਕੀਤਾ ਕਿ ਸਿੰਗਾਪੁਰ ਪਹੁੰਚ ਕੇ ਉਸ ਨੂੰ 1 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਪਰ ਹੋਇਆ ਬਿਲਕੁਲ ਉਲਟ। ਸਾਹਿਲ ਨੂੰ ਟਰੈਵਲ ਏਜੰਟ ਨੇ ਤਕਰੀਬਨ 4.25 ਲੱਖ ਰੁਪਏ ਲੈ ਕੇ ਉਸ ਨੂੰ ਸਿੰਗਾਪੁਰ ਵਿਜ਼ਟਰ ਵੀਜ਼ਾ ਤੇ ਭੇਜ ਦਿੱਤਾ, ਜਿਸ ਨੂੰ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਬੇਰੰਗ ਵਾਪਸ ਪਰਤਣਾ ਪਿਆ। ਮੈਨੂੰ ਟੂਰਿਸਟ ਵੀਜ਼ੇ ਤੇ ਸਿੰਗਾਪੁਰ ਭੇਜਿਆ। ਉੱਥੇ ਮੈਨੂੰ 1 ਮਹੀਨਾ ਤੱਕ ਖੱਜਲ ਖਵਾਰ ਕੀਤਾ, ਜਿਹਦੇ ਕਾਰਨ ਮੈਨੂੰ ਪਤਾ ਲੱਗਿਆ ਕਿ ਉੱਥੇ ਮੈਨੂੰ ਕੋਈ ਨੌਕਰੀ ਮਿਲਣੀ ਤਾਂ ਮੈਨੂੰ ਬਹੁਤ ਤੰਗ ਹੋਇਆ। ਫਿਰ ਉਹਨੇ ਮੈਨੂੰ ਮਿਸਗਾਈਡ ਕੀਤਾ ਤਾਂ ਮੈਨੂੰ ਕਹਿੰਦਾ ਤੁਹਾਡੇ ਡਾਕੂਮੈਂਟ ਦੀ ਕਮੀ ਹੈ, ਤੁਹਾਨੂੰ ਵਾਪਸ ਜਾਣਾ ਪੈਣਾ ਇੰਡੀਆ ਆਪਣੇ ਉੱਥੇ, ਫਿਰ ਤੁਹਾਨੂੰ ਦੁਬਾਰਾ ਭੇਜਾਂਗੇ। ਇਸ ਸੰਬੰਧੀ ਲੁਧਿਆਣਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਸ਼ੀ ਟਰੈਵਲ ਏਜੰਟ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ ਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ। ਤਾਂ ਹੁਣ ਮੈਂ ਆਪਣੀ ਦਰਖਾਸਤ ਲਾਈ ਸੀਗੀ ਤੇ ਜਿੰਨਾ ਹੁਣ ਮੇਰਾ ਕੇਸ ਦਰਜ ਹੋਇਆ ਉਹ ਕਾਰਵਾਈ ਕੀ ਹੋਊਗੀ ਹੁਣ ਅੱਗੇ।
ਪੀੜਤ ਨੌਜਵਾਨ ਸਾਹਿਲ ਮੁਤਾਬਕ ਸਿੰਗਾਪੁਰ ਵਿੱਚ ਉਸ ਦੇ ਨਾਲ ਹੀ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਨੌਜਵਾਨ ਉਸ ਦੇ ਨਾਲ ਸਨ, ਜੋ ਟਰੈਵਲ ਏਜੰਟ ਦੇ ਝੂਠੇ ਲਾਰਿਆਂ ਵਿੱਚ ਆ ਕੇ ਉੱਥੇ ਫਸੇ ਹੋਏ ਸਨ। ਲੁਧਿਆਣਾ ਤੋਂ ਗੌਰਵ ਵਾਲੀਆ ਨਾਲ ਕੌਮਿਤਾ ਮਿਨਹਾਸ, ਡੇ ਐਂਡ ਨਾਈਟ ਨਿਊਜ਼। ਅੰਮ੍ਰਿਤਸਰ ਰੂਰਲ ਪੁਲਿਸ ਨੇ ਰਈਆ ਕਸਬੇ ਵਿੱਚ ਚੱਲ ਰਹੀ ਇੱਕ ਫੇਕ ਟਰੈਵਲ ਏਜੰਸੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਸ਼ਿਕਾਇਤਕਰਤਾਵਾਂ ਦੀ ਸੂਚਨਾ ਦੇ ਆਧਾਰ ਉੱਤੇ ਇਸ ਫੇਕ ਟਰੈਵਲ ਏਜੰਸੀ ਦੇ 2 ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਰੂਰਲ ਪੁਲਿਸ ਨੇ ਕਸਬਾ ਰਈਆ ਵਿੱਚ ਚਲਾਈ ਜਾ ਰਹੀ ਇੱਕ ਫਰਜ਼ੀ ਟਰੈਵਲ ਏਜੰਸੀ ਦਾ ਪਰਦਾਫਾਸ਼ ਕਰਦੇ ਹੋਏ ਏਜੰਸੀ ਚਲਾਉਣ ਵਾਲੇ 2 ਟਰੈਵਲ ਏਜੰਟਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਬਲਬੀਰ ਸਿੰਘ ਰਣਜੀਤ ਸਿੰਘ ਨਾਮ ਦੇ ਟਰੈਵਲ ਏਜੰਟ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਦਾ ਲਾਰਾ ਲਾ ਕੇ ਲੱਖਾਂ ਰੁਪਏ ਠੱਗਦੇ ਸਨ। ਇਹ ਕਾਰਵਾਈ ਪੁਲਿਸ ਨੇ ਕੁਝ ਲੋਕਾਂ ਵੱਲੋਂ ਇਹਨਾਂ ਟਰੈਵਲ ਏਜੰਟਾਂ ਖਿਲਾਫ ਕੀਤੀ ਗਈ ਸ਼ਿਕਾਇਤ ਦੇ ਆਧਾਰ ਤੇ ਕੀਤੀ ਹੈ। ਜੀ ਇਹ ਕਹਿੰਦਾ ਸੀ ਵੀ ਅਸਲੀ ਹੈ, ਪਰ ਇਹਨੂੰ ਨੈਟ 'ਚ ਪਾਇਆ ਤੇ ਕੋਈ ਵੀ ਸ਼ੋਅ ਨਹੀਂ ਹੋਇਆ। ਉਹ ਕਹਿੰਦਾ ਸੀ ਪੈਸੇ ਦੇਣ ਤੋਂ ਫੀਸ ਤਾਰ ਤੋਂ 2 ਦਿਨ ਪਹਿਲਾਂ ਸ਼ੋਅ ਹੋ ਜਾਏਗਾ। ਕੋਈ ਮੰਗ ਨਹੀਂ, ਸਾਡੇ ਪੈਸੇ ਵਾਪਸ ਹੋਣੇ ਚਾਹੀਦੇ। ਪੁਲਿਸ ਵੱਲੋਂ ਰਈਆ ਸਥਿਤ ਇਹਨਾਂ ਦੇ ਦਫ਼ਤਰ ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਕਈ ਪਾਸਪੋਰਟ ਅਤੇ 9 ਜਾਲੀ ਵੀਜ਼ੇ ਬਰਾਮਦ ਕੀਤੇ ਗਏ ਨੇ। ਰਜੇਸ਼ ਕੁਮਾਰ ਪੁੱਤਰ ਅਮਰਨਾਥ ਵਾਸੀ ਕਮਾਂਡ ਰੋਡ ਮਹਿਤਾ ਤੇ ਬਲਬੀਰ ਸਿੰਘ ਉਰਫ ਬਰਬਰੂ ਪੁੱਤਰ ਜਤਿੰਦਰ ਸਿੰਘ ਵਾਸੀ ਕੋਟਲਾ ਸੂਬਾ ਸਿੰਘ ਤੇ ਇੱਕ ਰਣਜੀਤ ਸਿੰਘ ਉਰਫ ਮਨੀ ਵਾਸੀ ਚੰਨਣਕੇ ਥਾਣਾ ਮਹਿਤਾ ਨੇ ਇਹਨਾਂ ਨੂੰ ਵਰਕ ਵੀਜ਼ੇ ਲਵਾ ਕੇ ਸਿੰਗਾਪੁਰ ਦੇ ਦੇਣ ਦਾ ਵਾਅਦਾ ਕੀਤਾ ਸੀ ਤੇ ਇਹਨਾਂ ਕੋਲੋਂ ਇਹਨਾਂ ਨੇ ਇਸ ਕੰਮ ਲਈ 30-30 ਹਜ਼ਾਰ ਰੁਪਏ ਲਏ। ਉਹਦੇ ਵਿੱਚ ਜਦੋਂ ਇੱਕ ਬੰਦੇ ਨੇ ਆਪਣਾ ਵੀਜ਼ਾ ਚੈੱਕ ਕਰਾਇਆ ਤਾਂ ਉਹ ਜਾਲੀ ਪਾਇਆ ਗਿਆ। ਉਧਰ ਪੁਲਿਸ ਵੱਲੋਂ ਇਹਨਾਂ ਠੱਗ ਟਰੈਵਲ ਏਜੰਟਾਂ ਖਿਲਾਫ ਕੀਤੀ ਗਈ ਕਾਰਵਾਈ ਨਾਲ ਸ਼ਿਕਾਇਤਕਰਤਾਵਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਅੰਮ੍ਰਿਤਸਰ ਤੋਂ ਰਾਜਨ ਗੋਸਾਈ ਦੇ ਨਾਲ ਸੁਪ੍ਰੀਤ ਸਿੰਘ ਕਾਲੋਂ, ਡੇ ਐਂਡ ਨਾਈਟ ਨਿਊਜ਼। ਮੋਹਾਲੀ ਵਿੱਚ ਇੱਕ ਮੈਰਿਡ ਵੂਮਨ ਨੇ ਸਹੁਰਾ ਪਰਿਵਾਰ ਵੱਲੋਂ ਕਥਿਤ ਤੌਰ ਤੇ ਤੰਗ ਪਰੇਸ਼ਾਨ ਕਰਨ ਕਰਕੇ ਜ਼ਹਿਰ ਖਾ ਕੇ ਸੁਸਾਈਡ ਕਰ ਲਿਆ ਹੈ। ਮ੍ਰਿਤਕਾ ਦਾ ਵਿਆਹ ਕੁਝ ਸਾਲ ਪਹਿਲਾਂ ਹੀ ਇੱਕ NRI ਲਾੜੇ ਨਾਲ ਹੋਇਆ ਸੀ। ਇਸ ਹਫ਼ਤੇ ਮੋਹਾਲੀ ਵਿੱਚ ਇੱਕ ਵਿਆਹੁਤਾ ਔਰਤ ਨੇ ਆਪਣੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ਤੇ ਤੰਗ ਪਰੇਸ਼ਾਨ ਕਰਨ ਕਰਕੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। 32 ਸਾਲਾ ਮ੍ਰਿਤਕਾ ਸੀਮਾ ਭਾਰਦਵਾਜ ਦਾ ਵਿਆਹ 2011 ਵਿੱਚ ਕੈਨੇਡਾ ਵਾਸੀ ਸੁਰਿੰਦਰ ਭਾਰਦਵਾਜ ਨਾਲ ਹੋਇਆ ਸੀ, ਜੋ ਕਿ ਵਿਆਹ ਤੋਂ ਬਾਅਦ ਜਲਦੀ ਹੀ ਆਪਣੀ ਪਤਨੀ ਨੂੰ ਇੰਡੀਆ ਵਿੱਚ ਉਸਦੇ ਮਾਤਾ-ਪਿਤਾ ਕੋਲ ਛੱਡ ਕੇ ਕੈਨੇਡਾ ਵਾਪਸ ਪਰਤ ਗਿਆ। ਕੈਨੇਡਾ ਪਹੁੰਚਣ ਤੇ ਉਸਨੇ ਸੀਮਾ ਨਾਲ ਫੋਨ ਤੇ ਗੱਲ ਕਰਨ ਤੋਂ ਮਨਾ ਕਰ ਦਿੱਤਾ ਸੀ, ਜਦੋਂ ਕਿ ਵਿਆਹ ਨੂੰ ਹਾਲੇ ਕੁਝ ਹੀ ਮਹੀਨੇ ਹੋਏ ਸਨ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਪਹਿਲਾਂ ਤਾਂ NRI ਵੱਲੋਂ ਦਾਜ ਦੀ ਮੰਗ ਕੀਤੀ ਜਾਂਦੀ ਸੀ, ਪਰ ਬਾਅਦ ਵਿੱਚ ਉਹ ਮ੍ਰਿਤਕ ਸੀਮਾ ਤੇ ਤਲਾਕ ਦੇਣ ਲਈ ਦਬਾਅ ਪਾਉਣ ਲੱਗ ਪਏ ਸਨ। डिवोर्स के कागज़ आए हैं तो इंडियन लॉ के हिसाब से तो डिवोर्स के कागज़ तो उसे यहाँ आके देना पड़ेगा। उन्होंने वहाँ से ऐसे कागज़ भेज दिए, फर्जी कागज़। तो आज क्या हुआ? आज ये हुआ कि सुबह मॉर्निंग में फ़ोन आया मेरे ब्रदर को, संजय इनका नाम है, कि हॉस्पिटल में आ जाओ, आपकी सिस्टर को कुछ खा लिया है। 2 दिन पहले बात हुई उससे हमारी, धमकी उसने धमकी दी। एक तो उसके ससुर ने धमकी दी कि मैं तो मेरी ज़िंदगी तो हो चुकी पूरी, मैं तुझे मार दूँगा। तो उन्होंने ये इल्ज़ाम कर दिया, उसको मार दिया। उसने हमें बताया कि ऐसी ऐसी बात है, तो उससे पहले हमें चलो कोई बात नहीं, फिर भी वो निडर लड़की थी, वो बैठी रही अपने घर में। ਫਿਲਹਾਲ ਮੋਹਾਲੀ ਦੇ ਫੇਜ਼ 1 ਦੀ ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਉਸਦੇ NRI ਪਤੀ ਅਤੇ ਸਹੁਰੇ ਪਰਿਵਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਸੰਬੰਧੀ ਜਾਂਚ ਲਈ ਕੈਨੇਡੀਅਨ ਐਮਬੈਸੀ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਮੋਹਾਲੀ ਤੋਂ ਮਨੀਸ਼ ਨਾਗਰ ਨਾਲ ਕੌਮਿਤਾ ਮਿਨਹਾਸ, ਡੇ ਐਂਡ ਨਾਈਟ ਨਿਊਜ਼। UK ਜਾਣਾ ਭਾਰਤੀਆਂ ਲਈ ਹੁਣ ਹੋਰ ਮੁਸ਼ਕਿਲ ਹੋ ਗਿਆ ਕਿਉਂਕਿ ਬ੍ਰਿਟਿਸ਼ ਗਵਰਨਮੈਂਟ ਇੰਡੀਆ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਘਾਨਾ ਅਤੇ ਨਾਈਜੀਰੀਆ ਦੇ ਨਾਗਰਿਕਾਂ ਲਈ ਇੱਕ ਨਵੀਂ ਸਕੀਮ ਸ਼ੁਰੂ ਕਰਨ ਜਾ ਰਹੀ ਹੈ, ਜਿਸ ਨਾਲ UK ਜਾਣ ਵਾਲੇ ਇਹਨਾਂ 6 ਦੇਸ਼ਾਂ ਦੇ ਨਾਗਰਿਕਾਂ ਨੂੰ £3000 ਦਾ ਸਿਕਿਉਰਿਟੀ ਬੌਂਡ ਭਰਨਾ ਹੋਏਗਾ। UK ਜਾਣ ਲਈ ਅੰਬੈਸੀ ਸਾਹਮਣੇ ਸਭ ਤੋਂ ਵੱਡੀ ਲੱਗਦੀ ਲਾਈਨ ਜੋ ਪੰਜਾਬੀਆਂ ਦੀ ਹੁੰਦੀ ਸੀ, ਉਹ ਹੁਣ UK ਦੇ ਨਵੇਂ ਇਮੀਗ੍ਰੇਸ਼ਨ ਕਾਨੂੰਨ ਦੇ ਚੱਲਦਿਆਂ ਲੱਗਦਾ ਹੈ ਛੋਟੀ ਹੋਣ ਵਾਲੀ ਹੈ, ਕਿਉਂਕਿ ਹਾਲ ਹੀ ਵਿੱਚ UK ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਇਮੀਗ੍ਰੇਸ਼ਨ ਕਾਨੂੰਨ ਤਹਿਤ UK ਜਾਣਾ ਪਹਿਲਾਂ ਨਾਲੋਂ ਕਿਤੇ ਮਹਿੰਗਾ ਹੋ ਗਿਆ। UK ਸਰਕਾਰ ਇਹ ਨਵਾਂ ਕਾਨੂੰਨ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਘਾਨਾ ਅਤੇ ਨਾਈਜੀਰੀਆ ਦੇ ਨਾਗਰਿਕਾਂ ਲਈ ਸ਼ੁਰੂ ਕਰਨ ਜਾ ਰਹੀ ਹੈ। ਸਭ ਤੋਂ ਹਾਈ ਰਿਸਕ ਵਾਲੇ ਇਹਨਾਂ 6 ਮੁਲਕਾਂ ਦੇ ਨਾਗਰਿਕਾਂ ਨੂੰ ਵਿਜ਼ਟਰਸ ਵੀਜ਼ੇ ਤੇ UK ਜਾਣ ਲਈ £3000 ਦਾ ਸਿਕਿਉਰਿਟੀ ਬੌਂਡ ਭਰਨਾ ਹੋਵੇਗਾ। ਇਸ ਦੇ ਨਾਲ ਹੀ ਭਾਰਤ ਵਿੱਚ ਇਸ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ਤੇ ਪਵੇਗਾ। ਟੂਰਿਸਟ ਵੀਜ਼ੇ ਤੇ ਜਾਣ ਵਾਸਤੇ ਸੋਚ ਰਿਹਾ ਸੀਗਾ, ਮਗਰ ਕਈ ਹੱਦ ਤੱਕ ਮੈਨੂੰ ਇਹ ਸਹੀ ਲੱਗਿਆ ਤੇ ਕਈ ਹੱਦ ਤੱਕ ਜਿਨ੍ਹਾਂ ਵਾਸਤੇ ਇਹ ਨਹੀਂ ਵਾਪਸ ਆਉਣਾ ਚਾਹੁੰਦੇ ਉਹਨਾਂ ਵਾਸਤੇ ਕਾਫੀ ਹਾਰਡ ਵੀ ਆ ਇਹ, ਮਤਲਬ ਕਿ ਉਹਨਾਂ ਦੇ ਪੈਸੇ ਡੁੱਬਣ ਦੇ ਚਾਂਸਿਸ ਕਾਫੀ ਵੱਧ ਜਾਂਦੇ ਕਿਉਂਕਿ ਉਹਨਾਂ ਨੇ ਵਾਪਸ ਤਾਂ ਆਉਣਾ ਨਹੀਂ ਹੈਗਾ। ਮੈਂ UK ਜਾਣ ਦਾ ਪਲਾਨ ਕੀਤਾ ਸੀ, ਪਰ ਹੁਣ ਮੈਂ ਸੋਚ ਰਿਹਾ ਕਿਤੇ ਹੋਰ ਜਾਵਾਂ ਬਿਕਾਜ਼ ਗਵਰਨਮੈਂਟ ਨੇ £3000 ਦੀ ਪਾਲਿਸੀ ਰੱਖੀ ਹੈ ਕਿ ਸਭ ਤੋਂ ਪਹਿਲੇ ਸਾਨੂੰ ਇਨਵੈਸਟ ਕਰਨਾ ਪਏਗਾ
3000 ਪੌਂਡ ਬਿਕਾਜ਼ ਇਟਸ ਟੂ ਮੱਚ। ਜੇ ਅਸੀਂ 3000 ਪੌਂਡ ਪਹਿਲੇ ਹੀ ਇਨਵੈਸਟ ਕਰ ਦਾਂਗੇ ਤੇ ਉੱਥੇ ਜਾ ਕੇ ਅਸੀਂ ਕਿਵੇਂ ਖਰਚਾ ਕਰਾਂਗੇ। ਸੋ ਆਈ ਐਮ ਪਲੈਨਿੰਗ ਟੂ ਗੋ ਸਮਵੇਅਰ ਐਲਸ। ਜਿੱਥੇ ਇਸ ਨਾਲ ਭਾਰਤ ਵਿੱਚ ਪੰਜਾਬ ਦੇ ਲੋਕਾਂ ਵਿੱਚ ਵਿਦੇਸ਼ ਜਾਣ ਦਾ ਸਭ ਤੋਂ ਵੱਧ ਕਰੇਜ਼ ਹੋਣ ਕਰਕੇ ਇਸ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ ਤੇ ਪੈਣ ਵਾਲਾ ਹੈ, ਉੱਥੇ ਇਮੀਗ੍ਰੇਸ਼ਨ ਮਾਹਿਰ ਯੂਕੇ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਕਰਾਰ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਵਿਦੇਸ਼ਾਂ ਦੇ ਨਾਮ ਤੇ ਹੁੰਦੀ ਕਬੂਤਰਬਾਜ਼ੀ ਨੂੰ ਨੱਥ ਪਵੇਗੀ। ਸਿਰਫ ਇਹ ਕਿ ਜੇ ਇਹ ਬੌਂਡ ਦੇ ਕੇ ਵੀਜ਼ਾ ਮਿਲਦਾ ਹੈਗਾ ਤਾਂ ਉਹਦੇ ਵਿੱਚ ਜੈਨੂਅਨ ਵਿਜ਼ਟਰਸ ਡੈਫੀਨੇਟਲੀ ਇਸ ਚੀਜ਼ ਨੂੰ ਪ੍ਰਮੋਟ ਕਰਨਗੇ, ਕਿਉਂਕਿ ਉਹਨਾਂ ਨੂੰ ਇਹ ਹੈ ਕਿ ਉਹ ਬਿਨਾਂ ਕਿਸੇ ਕਾਰਨ ਇਫੈਕਟ ਨਹੀਂ ਹੁੰਦੇ। ਤੇ ਦੂਸਰੀ ਚੀਜ਼ ਇਹ ਆ ਜਾਂਦੀ ਹੈ ਕਿ ਇਸ ਚੀਜ਼ ਦਾ ਬੈਨੀਫਿਟ ਬਹੁਤ ਜ਼ਿਆਦਾ ਹੋ ਸਕਦਾ ਹੈ। ਜੈਨੂਅਨ ਵਿਜ਼ਟਰਸ ਕਾਫੀ ਜਾਣਗੇ ਯੂਕੇ ਦੇ ਵਿੱਚ ਜਿਹੜੇ ਕਿ ਵਾਪਸ ਆਉਣਗੇ ਉੱਥੋਂ। ਜ਼ਿਕਰਯੋਗ ਹੈ ਕਿ ਯੂਕੇ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਚੋਣਾਂ ਤੋਂ ਪਹਿਲਾਂ ਯੂਕੇ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ 2015 ਤੱਕ ਸਾਲਾਨਾ ਇਮੀਗ੍ਰਾਂਟਸ ਦੀ ਗਿਣਤੀ ਨੂੰ ਘਟਾ ਕੇ 1 ਲੱਖ ਤੋਂ ਹੇਠਾਂ ਲੈ ਆਉਣਗੇ। ਲੁਧਿਆਣਾ ਤੋਂ ਗੌਰਵ ਵਾਲੀਆ ਦੇ ਨਾਲ ਸੁਰਿੰਦਰ ਸਿੰਘ, ਡੇ ਐਂਡ ਨਾਈਟ ਨਿਊਜ਼। ਡਾਲਰ ਵਿੱਚ ਆਈ ਤੇਜ਼ੀ ਅਤੇ ਰੁਪਏ ਵਿੱਚ ਆਈ ਗਿਰਾਵਟ ਨੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚਾ ਦਿੱਤੀ ਹੈ ਤੇ ਇਸ ਨਾਲ ਦੇਸ਼ ਵਿੱਚ ਕਈ ਸੰਕਟ ਖੜੇ ਹੋ ਗਏ ਨੇ। ਜੇ ਗੱਲ ਕਰੀਏ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਸਟੂਡੈਂਟਸ ਦੀ ਤਾਂ ਉਹਨਾਂ ਦੇ ਸੁਪਨੇ ਵੀ ਅੱਧ ਵਿਚਾਲੇ ਹੀ ਲਟਕਦੇ ਨਜ਼ਰ ਆ ਰਹੇ ਨੇ। ਟੇਕ ਅ ਲੁੱਕ। ਇਹ ਨੇ ਲੁਧਿਆਣਾ ਦੇ ਸੁਰਿੰਦਰ ਸਿੰਘ, ਜੋ ਕਿ ਇਹਨੇ ਦਿਨੀ ਕਾਫੀ ਚਿੰਤਿਤ ਨੇ। ਚਿੰਤਾ ਇਸ ਗੱਲ ਦੀ ਹੈ ਕਿ ਉਹਨਾਂ ਦਾ ਬੇਟਾ ਅਭਿਰਾਜ ਸਿੰਘ ਕੈਨੇਡਾ ਵਿੱਚ ਪੜ੍ਹਾਈ ਕਰਨ ਨੂੰ ਲੈ ਕੇ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ ਤੇ ਅਚਾਨਕ ਰੁਪਏ ਦੀ ਕੀਮਤ ਵਿੱਚ ਆਈ ਗਿਰਾਵਟ ਨੇ ਉਹਨਾਂ ਨੂੰ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ ਹੈ। ਇਸ ਪਰਿਵਾਰ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਸਦੀਆਂ ਨੇ ਕਿ ਉਹਨਾਂ ਦੇ ਅਰਮਾਨ ਡਾਲਰਾਂ ਦੀ ਚਮਕ ਨੇ ਫਿੱਕੇ ਕਰ ਦਿੱਤੇ ਨੇ। ਦਰਅਸਲ ਰੁਪਏ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਵਿਦੇਸ਼ ਵਿੱਚ ਪੜ੍ਹਾਈ ਦੇ ਖਰਚਿਆਂ ਵਿੱਚ ਵੀ ਭਾਰੀ ਵਾਧਾ ਹੋ ਗਿਆ ਹੈ। ਟਾਈਮ ਜਦੋਂ ਅਸੀਂ ਅਪਲਾਈ ਕੀਤਾ ਸੀ ਉਦੋਂ ਡਾਲਰ ਅਰਾਊਂਡ 50, ਹੁਣ 60 ਰੁਪਏ ਦੇ ਆਸ-ਪਾਸ ਹੋ ਚੁੱਕਿਆ ਹੈਗਾ ਤੇ ਹੁਣ ਅਸੀਂ ਰੀਕਨਸੀਡਰ ਕਰ ਰਹੇ ਹਾਂ ਜਾਂ ਡਿਲੇ ਕਰ ਦਈਏ ਜਾਂ ਕਿਉਂਕਿ ਉੱਥੇ ਖਰਚੇ ਵੀ ਨਹੀਂ ਰਹਿਣ ਦੇ ਕਾਫੀ ਤੇ ਇਸ ਕਰਕੇ ਕਾਫੀ ਫਰਕ ਪੈ ਰਿਹਾ ਇਸ ਗੱਲ ਦਾ। 5 ਤੋਂ 6 ਲੱਖ ਰੁਪਏ ਦਾ ਇੱਕ ਸਾਲ ਦੇ ਵਿੱਚ 3 ਲੱਖ ਉੱਪਰ ਚਲਾ ਜਾਂਦਾ ਹੈਗਾ ਤੇ ਉਹਨੂੰ ਕਰ ਰਹੇ ਹਾਂ ਤਾਂ ਡਿਲੇ ਕਰਾਂਗੇ ਜਾਂ ਨਹੀਂ ਤਾਂ ਛੱਡਣਾ ਸਾਨੂੰ ਹੈ। ਪਿਤਾ ਸੁਰਿੰਦਰ ਸਿੰਘ ਦੀ ਗੱਲ ਸੁਣ ਕੇ ਬੇਟੇ ਅਭਿਰਾਜ ਸਿੰਘ ਨੇ ਵੀ ਹੁਣ ਪਰਿਵਾਰ ਤੇ ਵਾਧੂ ਬੋਝ ਨਾ ਪਾਉਂਦੇ ਹੋਏ ਆਪਣੇ ਕੈਨੇਡਾ ਜਾਣ ਦੇ ਪਲਾਨ ਨੂੰ 1 ਸਾਲ ਦੇ ਲਈ ਟਾਲ ਦਿੱਤਾ ਹੈ। माई ट्यूशन फीस का फ़र्क पड़ गया है 3 लाख पर एनम का, सो दैट इज़ अ मेजर डिफरेंस। सो नाउ आई एम लिटिल डाइसी एज टू व्हाट टू डू नाउ। सो लेट्स सी, मे बी वेट करेंगे, जनवरी तक का डेफरल लूँगा। सो लेट्स सी, मे बी डॉलर नीचे आ जाएगा या हमारा रुपी स्ट्रॉन्ग हो जाएगा, उसकी वेट कर रहे हैं। नहीं तो फिर देखते हैं क्या करेंगे। ਜੇਕਰ ਆਉਣ ਵਾਲੇ ਦਿਨਾਂ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ ਨਹੀਂ ਸੰਭਲੀ ਤਾਂ ਅਭਿਰਾਜ ਵਰਗੇ ਕਈ ਹਜ਼ਾਰ ਵਿਦਿਆਰਥੀਆਂ ਤੇ ਰੁਪਈਏ ਦੀ ਕੀਮਤ ਘਟਣ ਦਾ ਮਾੜਾ ਅਸਰ ਪੈ ਸਕਦਾ ਹੈ। ਜੋ ਵਿਦਿਆਰਥੀ ਆਰਥਿਕ ਪੱਖੋਂ ਚੰਗੇ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਲਈ ਤਾਂ ਵਿਦੇਸ਼ ਵਿੱਚ ਪੜ੍ਹਾਈ ਕਰਨਾ ਸੌਖਾ ਹੈ, ਪਰ ਜੋ ਲੋਨ ਲੈ ਕੇ ਅਤੇ ਬੜੀ ਮੁਸ਼ਕਿਲ ਨਾਲ ਵਿਦੇਸ਼ ਜਾਣ ਦਾ ਬੰਦੋਬਸਤ ਕਰੀ ਬੈਠੇ ਨੇ ਉਹਨਾਂ ਲਈ ਇਹ ਇੱਕ ਵੱਡੀ ਵਿਪਤਾ ਸਾਬਤ ਹੋਵੇਗੀ। ਲੁਧਿਆਣਾ ਤੋਂ ਗੌਰਵ ਵਾਲੀਆ ਦੇ ਨਾਲ ਸੁਪ੍ਰੀਤ ਸਿੰਘ ਕਾਲੋਂ, ਡੇ ਐਂਡ ਨਾਈਟ ਨਿਊਜ਼। US ਸੈਨੇਟ ਵੱਲੋਂ ਇਮੀਗ੍ਰੇਸ਼ਨ ਸੁਧਾਰ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ ਉੱਥੇ ਰਹਿੰਦੇ ਲਗਭਗ 2,40,000 ਇੰਡੀਅਨਸ ਨੂੰ USC ਸਿਟੀਜ਼ਨਸ਼ਿਪ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 2,40,000 ਭਾਰਤੀਆਂ ਸਮੇਤ ਕਰੀਬ 1 ਕਰੋੜ 10 ਲੱਖ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਮਿਲਣ ਦੀ ਵੱਡੀ ਰੁਕਾਵਟ ਹਟ ਗਈ ਹੈ। ਅਮਰੀਕੀ ਸੈਨੇਟ ਨੇ ਇਤਿਹਾਸਕ ਇਮੀਗ੍ਰੇਸ਼ਨ ਸੁਧਾਰ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਬਿੱਲ ਵੀਰਵਾਰ ਨੂੰ 32 ਦੇ ਮੁਕਾਬਲੇ 68 ਵੋਟਾਂ ਨਾਲ ਪਾਸ ਹੋ ਗਿਆ। ਬਿੱਲ ਨੂੰ ਕਾਨੂੰਨ ਬਣਾਉਣ ਲਈ ਰਾਸ਼ਟਰਪਤੀ ਬਰਾਕ ਓਬਾਮਾ ਕੋਲ ਹਸਤਾਖਰ ਲਈ ਭੇਜਣ ਤੋਂ ਪਹਿਲਾਂ ਇਸ ਤੇ ਹੇਠਲੇ ਸਦਨ ਪ੍ਰਤੀਨਿਧ ਸਭਾ ਕੋਲ ਭੇਜਿਆ ਜਾਵੇਗਾ। ਬਿੱਲ ਵਿੱਚ ਵੈਸੇ H-1B ਵੀਜ਼ੇ ਦੇ ਸਬੰਧ 'ਚ ਸਖਤ ਪ੍ਰਬੰਧ ਵੀ ਨੇ, ਜਿਨ੍ਹਾਂ ਦਾ ਅਮਰੀਕਾ ਵਿਚਲੀਆਂ ਭਾਰਤੀ ਕੰਪਨੀਆਂ ਤੇ ਮਾੜਾ ਅਸਰ ਪਏਗਾ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਬਿਆਨ ਰਾਹੀਂ ਬਿੱਲ ਪਾਸ ਹੋ ਜਾਣ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਹੈ ਕਿ ਇਹ ਬਿੱਲ ਅਮਰੀਕੀ ਕਾਨੂੰਨ ਇਮੀਗ੍ਰੇਸ਼ਨ ਪ੍ਰਣਾਲੀ ਦਾ ਆਧੁਨਿਕੀਕਰਨ ਕਰੇਗਾ। ਸੈਨੇਟ ਵਿੱਚ ਬਹੁਮਤ ਦੇ ਆਗੂ ਹੈਰੀ ਰੀਡ ਨੇ ਕਿਹਾ ਕਿ ਇਹ ਬਿੱਲ ਪ੍ਰਵਾਸੀਆਂ ਦੀਆਂ ਪੀੜ੍ਹੀਆਂ ਵੱਲੋਂ ਪਾਏ ਯੋਗਦਾਨ ਨੂੰ ਮਾਨਤਾ ਦਿੰਦਾ ਹੈ, ਕਿਉਂਕਿ ਇਹ ਮੁਲਕ ਪ੍ਰਵਾਸੀਆਂ ਨੇ ਵਧਾਇਆ ਹੈ। ਦੂਜੇ ਪਾਸੇ ਵਿਰੋਧੀ ਰਿਪਬਲਿਕਨਾਂ ਦੇ ਬਹੁਮਤ ਵਾਲੀ ਪ੍ਰਤੀਨਿਧ ਸਭਾ ਦੇ ਸਪੀਕਰ ਜੋਹਨ ਥੋਇਨਰ ਨੇ ਕਿਹਾ ਹੈ ਕਿ ਇਸ ਬਿੱਲ ਨੂੰ ਸਦਨ ਵਿੱਚ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਦੀ ਕਾਂਗਰਸ ਦਾ ਬਹੁਮਤ ਹਾਸਲ ਕਰਨਾ ਪਏਗਾ। ਬਿਊਰੋ ਰਿਪੋਰਟ, ਡੇ ਐਂਡ ਨਾਈਟ ਨਿਊਜ਼। ਸਕੌਟ ਸਲੈਸਰ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਇੰਡੀਆ ਅਤੇ ਚਾਈਨਾ ਵਿੱਚ ਇੱਕ ਕੈਨੇਡੀਅਨ ਰਾਜਦੂਤ ਦੇ ਤੌਰ ਉੱਤੇ ਕੰਮ ਕਰਨ ਵਿੱਚ ਹੀ ਗੁਜ਼ਾਰਿਆ ਹੈ। ਉਹਨਾਂ ਨੇ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਏਸ਼ੀਆ ਬਾਰੇ ਜਾਣਨਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਪਿਛਲੇ 3 ਸਾਲਾਂ ਤੋਂ ਚੰਡੀਗੜ੍ਹ ਵਿੱਚ ਕੈਨੇਡੀਅਨ ਕੌਂਸਲ ਜਨਰਲ ਦੇ ਤੌਰ ਤੇ ਸੇਵਾਵਾਂ ਦੇ ਰਹੇ ਨੇ। ਇਹਨਾਂ 3 ਸਾਲਾਂ ਦੌਰਾਨ ਕੀ ਉਤਰਾਅ ਚੜ੍ਹਾਅ ਆਏ ਉਹਨਾਂ ਦੀ ਜ਼ਿੰਦਗੀ ਵਿੱਚ ਤੇ ਕੀ ਤਜਰਬਾ ਰਿਹਾ ਉਹਨਾਂ ਦਾ ਚੰਡੀਗੜ੍ਹ ਵਿੱਚ, ਆਓ ਦੇਖਦੇ ਹਾਂ ਤਨਵੀਰ ਸੰਧੂ ਦੀ ਇਸ ਖਾਸ ਰਿਪੋਰਟ ਵਿੱਚ। ਚੰਡੀਗੜ੍ਹ ਸਥਿਤ ਕੈਨੇਡੀਅਨ ਕੌਂਸਲੇਟ 'ਚ ਪੰਜਾਬੀ ਮੂਲ ਦੇ ਕੈਨੇਡੀਅਨਸ ਦੇ ਸਹਾਇਕ ਵਜੋਂ ਕੰਮ ਕਰਕੇ
ਸਕਾਟ ਸਲੈਸਰ ਦਾ ਕੀ ਤਜਰਬਾ ਰਿਹਾ, ਇਹ ਜਾਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। We're dealing with people almost every day. And it varies, right? Sometimes it's a lost passport, sometimes they need a document verified, and sometimes there's a child custody case. So, you know, we keep very busy. That's called our consular section, and they're very busy people, and they're very professional. So when you read about somebody being arrested in the paper, then that means they're doing some work. Because we would visit people in prison and do that sort of work to make sure things are happening the way they're supposed to. ਸਕਾਟ ਸਲੈਸਰ ਨੇ ਇਸ ਦੌਰਾਨ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਮੂਲ ਦੇ ਲੋਕ ਪਹਿਲਾਂ ਹੀ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਰਹਿੰਦੇ ਨੇ ਤੇ ਹੋਰ ਵੀ ਬਹੁਤ ਸਾਰੇ ਕੈਨੇਡਾ ਜਾਣ ਦੇ ਇੱਛੁਕ ਨੇ ਤੇ ਉਹਨਾਂ ਨੂੰ ਮਾਣ ਹੈ ਕਿ ਪਿਛਲੇ 5 ਸਾਲਾਂ ਦੌਰਾਨ ਕਈ ਪੀਆਰ ਲਈ ਐਪਲੀਕੇਸ਼ਨਸ ਰਿਜੈਕਟ ਹੋਣ ਦੇ ਬਾਵਜੂਦ 50% ਦੀ ਪੰਜਾਬੀ ਅਰਜ਼ੀਕਰਤਾਵਾਂ ਨੂੰ ਮਾਨਤਾ ਮਿਲੀ ਹੈ। The numbers of applications, we do about a third of them here for all of India. We can tell you that we introduced one last year called the parent and grandparent visa. This is for people who quite naturally they want to go to Canada to help their son and daughter-in-law take care of the kids so that son and daughter-in-law can go to work. And in the past, a lot of those people became citizens because to stay long enough to take care of the kids till they're 7 or 8, that's what would happen. Now they can get a 10-year visa, this grandparent and parent visa, and use it 2 years at a time. So it's been extremely popular. ਸਕਾਟ ਸਲੈਸਰ ਮੁਤਾਬਕ ਕੈਨੇਡਾ ਵੱਲੋਂ ਹਰ ਸਾਲ 2.5 ਲੱਖ ਨਿਊ ਪਰਮਾਨੈਂਟ ਰੈਜ਼ੀਡੈਂਟਸ ਨੂੰ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਹ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਨੇ, ਜਿਨ੍ਹਾਂ ਚੋਂ 10% ਦੀ ਲੋਕ ਭਾਰਤੀ ਹੁੰਦੇ ਨੇ ਅਤੇ ਭਾਰਤੀਆਂ ਚੋਂ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ। If you're doing one of them is directly related to you going to stay with your children or your grandchildren, and in that case you need to have insurance because you're going to be in Canada for a long time. The other one is for people who are doing business. Or for instance, a case you might be familiar with, if somebody has a child who's studying in Canada and they're going to therefore over the next 4 years visit frequently, well, why have to give them a visa every time? It's much better to be able to give them a multiple entry, longer term visa. ਉਹਨਾਂ ਨੇ ਦੱਸਿਆ ਕਿ ਕੈਨੇਡਾ ਪੰਜਾਬ ਨਾਲ ਸੱਭਿਆਚਾਰ ਦੇ ਨਾਲ-ਨਾਲ ਵਪਾਰ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ, ਜਿਸ ਲਈ ਪਿਛਲੇ ਸਾਲ ਮੈਨੀਟੋਬਾ, ਅਲਬਰਟਾ ਅਤੇ ਹੋਰ ਕਈ ਸੂਬਿਆਂ ਤੋਂ ਇੱਕ ਵਫਦ ਪੰਜਾਬ ਆਇਆ ਸੀ, ਜਿਸ ਨੇ ਪੰਜਾਬ ਵਿੱਚ ਵਪਾਰ ਨੂੰ ਹੁਲਾਰਾ ਦੇਣ ਵਾਲੀਆਂ ਸੰਭਾਵਨਾਵਾਂ ਦੀ ਜਾਂਚ ਪਰਖ ਕੀਤੀ ਸੀ। I think it's going both ways in various ways. So, in terms of big things like potash and large deals, there's been very big interest from India in Canada. And from the Canadian side to here, again, there's been, you look at Bombardier, this is a company that did all the subway trains that are in Delhi. This is a very big company. They also do engines. Pratt & Whitney also do engines for airplanes, and they're here. So I'd say it's about even. I don't know the statistics myself offhand, but my personal experience, I spend as much time with Canadians coming here as I do talking to people that are Indian that want to talk about what they could do in Canada. ਇਮੀਗ੍ਰੇਸ਼ਨ ਫਰਾਡਸ ਅਤੇ ਮਨੁੱਖੀ ਤਸਕਰੀ ਤੇ ਉਹਨਾਂ ਨੇ ਬੋਲਦਿਆਂ ਦੱਸਿਆ ਕਿ ਹਰ ਹਫ਼ਤੇ ਇਸ ਸੰਬੰਧੀ ਮੀਡੀਆ ਵਿੱਚ ਕੋਈ ਨਾ ਕੋਈ ਖਬਰ ਸੁਣਨ ਲਈ ਮਿਲ ਜਾਂਦੀ ਹੈ ਅਤੇ ਇਸ ਨੂੰ ਰੋਕਣ ਦੀ ਮੁੱਖ ਜ਼ਿੰਮੇਵਾਰੀ ਇੱਥੋਂ ਦੀ ਪੁਲਿਸ ਦੀ ਬਣਦੀ ਹੈ ਅਤੇ ਕੌਂਸੂਲੇਟ ਹੋਣ ਦੇ ਨਾਤੇ ਇਸ ਜੁਰਮ ਨੂੰ ਠੱਲ ਪਾਉਣ ਲਈ ਉਹ ਵੀ ਅਹਿਮ ਰੋਲ ਅਦਾ ਕਰ ਰਹੇ ਨੇ। We work with the local authorities because that's the only way to do this. What have the results been? As I said, the UT police have closed down a number of smaller and middle-sized sort of culprits, and Punjab has gone after some big ones. Punjab, you may know, has also passed an act, the Punjab Prevention of Human Smuggling Act. And so we've been discussing that with them, and that's good news because it'll mean these people have to be registered. There'll be a process. There'll be a way to know who they are, and ultimately, this is all about protecting Punjabis. ਸਕਾਟ ਸਲੈਸਰ ਦਾ ਕਹਿਣਾ ਹੈ ਕਿ ਚੰਡੀਗੜ੍ਹ 'ਚ ਕੌਂਸਲ ਜਨਰਲ ਹੋਣ ਦੇ ਨਾਤੇ ਉਹਨਾਂ ਦਾ ਮੁੱਖ ਮਕਸਦ ਹੈ ਉਹਨਾਂ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਹੱਲ ਕਰਨਾ ਜੋ ਪੰਜਾਬੀ ਮੂਲ ਦੇ ਨੇ ਅਤੇ ਇਸ ਖਿੱਤੇ ਵਿੱਚ ਵਪਾਰ ਨੂੰ ਉਤਸ਼ਾਹਿਤ ਕਰਨਾ। Raise the trade up to the level of the people-to-people contact. I think I've sown a lot of seeds, but it's ik-ik-karke, right? It's all in time and one thing at a time. I think that would be
for me, in terms of a large sort of measurable element that I don't think I did as much as I would like to have done, it'd be that general sort of area. ਸਕਾਟ ਸਲੈਸਰ ਨੇ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਕੌਂਸਲ ਜਨਰਲ ਦੇ ਤੌਰ ਤੇ ਨਿਯੁਕਤ ਹੋਣਾ ਇੱਕ ਵੱਡੀ ਪ੍ਰਾਪਤੀ ਸੀ ਅਤੇ ਉਹ ਇੱਥੋਂ ਦੇ ਲੋਕਾਂ ਨੂੰ ਦਿਲੋਂ ਪਸੰਦ ਕਰਦੇ ਨੇ। Our main fare in diplomacy is building networks and in all aspects of activity, not just with officials, with business, with cultural side, with everything. So yeah, it's been extremely helpful, and I've made some very good friends too. One of the things I've done here is, and we'll be talking publicly about it in this next week, is I walk. I'm a crazy walker. I walk like 10 kilometers regularly. And so I've walked every sector up to sector 36, where I've literally walked every street in a sector. So I've designed some walks, 5 or 6 walks, and working with the Chandigarh College of Architecture, I went out with the students, and then they've been drawing up these maps. Very funky, very creative. Anyway, so we're just putting them together, and on our Canada Day, on Wednesday, this coming week, I'll be giving some out to people. And the maps are inside. Talk about meeting people. I've been out so many days at 6:30 in the morning walking through sector 22 or 34 or something, and people are having their tea, reading the paper, you know, and I'm wandering by with my Canadian hat on saying good morning. ਸਕਾਟ ਸਲੈਸਰ ਆਪਣੇ ਅਹੁਦੇ ਦੀ ਮਿਆਦ ਪੁਗਾ ਕੇ ਜਾ ਰਹੇ ਨੇ ਅਤੇ ਇਸ ਲਈ ਉਹਨਾਂ ਨੂੰ ਕੋਈ ਸ਼ਿਕਵਾ ਨਹੀਂ ਹੈ ਅਤੇ ਉਹ ਖੁਸ਼ ਨੇ। ਪਰ ਉਹਨਾਂ ਦੇ ਜਾਣ ਦੇ ਨਾਲ ਉਹ ਲੋਕ ਉਦਾਸ ਹੋ ਜਾਣਗੇ ਜਿਨ੍ਹਾਂ ਨੇ ਇਸ ਖੁੱਲੇ ਖੁਲਾਸੇ ਸੁਭਾਅ ਵਾਲੇ ਬੰਦੇ ਦਾ ਸਾਥ ਮਾਣਿਆ ਹੋਊ ਜਾਂ ਉਹਨਾਂ ਦੇ ਨਾਲ ਕੰਮ ਕੀਤਾ ਹੋਊ। ਪਰ ਹੋ ਸਕਦਾ ਹੈ ਕਿ ਅਜਿਹੇ ਖੁੱਲੇ ਖੁਲਾਸੇ ਸੁਭਾਅ ਵਾਲੇ ਵਿਅਕਤੀ ਦੀ ਕਿਤੇ ਹੋਰ ਵੀ ਲੋੜ ਹੋਵੇ। ਚੰਡੀਗੜ੍ਹ ਤੋਂ ਤਨਵੀਰ ਸੰਧੂ ਦੇ ਨਾਲ ਸੁਰਿੰਦਰ ਸਿੰਘ, ਡੇ ਐਂਡ ਨਾਈਟ ਨਿਊਜ਼। ਤੇ ਹੁਣ ਇੱਕ ਨਜ਼ਰ ਵਰਲਡ ਵੈਦਰ ਫੋਰਕਾਸਟ ਤੇ। ਨਿਊਯਾਰਕ ਵਿੱਚ ਆਉਣ ਵਾਲੇ ਹਫ਼ਤੇ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਹੋਣ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 21 ਐਂਡ 31 ਡਿਗਰੀ ਸੈਲਸੀਅਸ। ਟੋਰਾਂਟੋ ਵਿੱਚ ਵੀ ਆਉਣ ਵਾਲੇ ਹਫ਼ਤੇ ਕਲਾਉਡੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਅਤੇ ਬਾਰਿਸ਼ ਹੋਣ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 17 ਐਂਡ 28 ਡਿਗਰੀ ਸੈਲਸੀਅਸ। ਵੈਨਕੂਵਰ ਵਿੱਚ ਤਾਂ ਪੂਰੇ ਨੈਕਸਟ ਵੀਕ ਸਨੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 14 ਐਂਡ 28 ਡਿਗਰੀ ਸੈਲਸੀਅਸ। ਲੰਡਨ ਵਿੱਚ ਆਉਣ ਵਾਲੇ ਪੂਰੇ ਹਫ਼ਤੇ ਕਲਾਉਡੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 12 ਐਂਡ 24 ਡਿਗਰੀ ਸੈਲਸੀਅਸ। ਸਿਡਨੀ ਆਸਟ੍ਰੇਲੀਆ ਵਿੱਚ ਨੈਕਸਟ ਵੀਕ ਸਨੀ ਡੇਜ਼ ਐਕਸਪੈਕਟ ਕੀਤੇ ਜਾ ਰਹੇ ਨੇ ਐਂਡ ਦ ਟੈਂਪਰੇਚਰ ਇਜ਼ ਐਕਸਪੈਕਟਡ ਟੂ ਰੇਂਜ ਬਿਟਵੀਨ 6 ਐਂਡ 21 ਡਿਗਰੀ ਸੈਲਸੀਅਸ। And with that, it's a wrap on this episode of Home Abroad. For feedback and suggestions, you can write to us at editor@dayandnightnews.com or call us at 0172 5043 You can also SMS us at 9815606061. For latest news and updates, keep watching Day and Night News. Thanks for watching. ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।